ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਹ ਹਰ ਸਿਮਰਨ ਪਿਆ ਤਹ ਉਪਾਧ ਗਤ ਕੀਨੀ। ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਜਪ ਹਰ ਭਵਜਲ ਤਰਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਜਪ ਹਰ ਭਵਜਲ ਤਰਨਾ। ਸਲੋਕ ਮਹੱਲਾ ਤੀਜਾ। ਇਹਾ ਸੰਧਿਆ ਪ੍ਰਵਾਨ ਹੈ। ਜਿਤ ਹਰ ਪ੍ਰਭ ਮੇਰਾ ਚਿਤ ਆਵੈ। ਹਰਿ ਸਿਉ ਪ੍ਰੀਤਿ ਉਪਜੈ ਮਾਇਆ ਮੋਹ ਜਲਾਵੈ। ਇਹਾ ਸੰਧਿਆ ਪ੍ਰਵਾਨ ਹੈ। ਜਿਤ ਹਰਿ ਪ੍ਰਭ ਮੇਰਾ ਚਿਤ ਆਵੈ। ਹਰਿ ਸਿਉ ਪ੍ਰੀਤਿ ਉਪਜੈ ਮਾਇਆ ਮੋਹ ਜਲਾਵੈ। ਗੁਰ ਪ੍ਰਸਾਦੀ ਦੁਬਿਧਾ ਮਰੈ। ਮਨੁਆ ਅਸਥਿਰ ਸੰਧਿਆ ਕਰੇ ਵਿਚਾਰ। ਨਾਨਕ ਸੰਧਿਆ ਕਰੈ ਮਨ ਮੁਖੀ ਜੀਉ ਨਾ ਟਿਕੈ। ਮਰ ਜੰਮੈ ਹੋਏ ਖੁਆਰ। ਗੁਰ ਪ੍ਰਸਾਦੀ ਦੁਬਿਧਾ ਮਰੈ। ਮਨੁਆ ਅਸਥਿਰ ਸੰਧਿਆ ਕਰੇ ਵਿਚਾਰ। ਨਾਨਕ ਸੰਧਿਆ ਕਰੈ ਮਨ ਮੁਖੀ ਜੀਉ ਨਾ ਟਿਕੈ। ਮਰ ਜੰਮੈ ਹੋਏ ਖੁਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ। ਜਿਨ ਕੇ ਭਾਗ ਬੜੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਆਪ ਜੀ ਅਤਿਅੰਤ ਵਡਭਾਗੇ ਹੋ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੁਭਾਏਮਾਨ ਹੋ ਕਰਕੇ ਗੁਰੂ ਕੀ ਅੰਮ੍ਰਿਤਮਈ ਗੁਰਬਾਣੀ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਪੰਜਾਂ ਬਾਣੀਆਂ ਦੇ ਨਿਤਨੇਮ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਸਤਿਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਕਾਗਰ ਕਰੀਏ। ਜੋ ਬਿਹਾਗੜੇ ਦੀ ਵਾਰ ਵਿੱਚ ਸਤਿਗੁਰੂ ਜੀ ਨੇ ਸਲੋਕ ਉਚਾਰਨ ਕੀਤੇ ਹਨ। ਅੱਜ ਦਾ ਜੋ ਸਲੋਕ ਹੈ ਉਹ ਸਾਧ ਸੰਗਤ ਜੀ ਸੰਧਿਆ ਦੇ ਪਰਥਾਏ ਹੈ। ਸੰਧਿਆ ਵਿਦਵਾਨਾਂ ਨੇ ਜੋ ਸੰਧਿਆ ਦੇ ਅਰਥ ਹਨ ਉਹ ਤਾਂ ਹਨ ਦੋ ਚੀਜ਼ਾਂ ਦੀ ਸੰਧੀ ਹੋਣੀ, ਦੋ ਚੀਜ਼ਾਂ ਦਾ ਮਿਲਾਪ ਹੋਣਾ। ਇੱਕ ਤੇ ਇੱਕ ਦੋ ਜਦੋਂ ਆਪਸ ਵਿੱਚ ਜੁੜਦੇ ਹਨ ਤਾਂ ਉਹਨਾਂ ਨੂੰ ਸੰਧਿਆ ਕਹਿੰਦੇ ਹਨ, ਸੰਧੀ ਕਹਿੰਦੇ ਹਨ, ਮਿਲਾਪ ਕਹਿੰਦੇ ਹਨ, ਮੇਲ ਜੋਲ ਕਹਿੰਦੇ ਹਨ। ਜਦੋਂ ਦਿਨ ਅਤੇ ਰਾਤ ਦਾ, ਰਾਤ ਅਤੇ ਦਿਨ ਦਾ ਮੇਲ ਹੁੰਦਾ ਹੈ ਉਸ ਨੂੰ ਸੰਧਿਆ ਕਹਿੰਦੇ ਹਨ। ਕੁਛ ਵਿਦਵਾਨਾਂ ਨੇ ਤਿੰਨ ਸੰਧਿਆ ਮੰਨੀਆਂ ਹਨ। ਸਵੇਰ ਦਾ ਸਮਾਂ ਜਦੋਂ ਰਾਤ ਬੀਤ ਰਹੀ ਹੁੰਦੀ ਹੈ ਅਤੇ ਦਿਨ ਚੜ੍ਹ ਰਿਹਾ ਹੁੰਦਾ ਹੈ। ਪ੍ਰਾਤଃ ਕਾਲ ਨੂੰ ਵੀ ਸੰਧਿਆ ਕਿਹਾ ਜਾਂਦਾ ਹੈ। ਪਰ ਬਹੁਤ ਘੱਟ ਗ੍ਰੰਥਾਂ ਵਿੱਚ, ਸਿਰਫ ਗ੍ਰੰਥਾਂ ਵਿੱਚ ਇਹ ਗੱਲ ਆਉਂਦੀ ਹੈ। ਆਮ ਲੋਕਾਂ ਵਿੱਚ ਜਿਹੜੇ ਸਮਾਜਿਕ ਹਨ ਉਹ ਸਵੇਰ ਦੀ ਸੰਧਿਆ ਨੂੰ ਨਹੀਂ ਜਾਣਦੇ। ਪਰ ਵਿਦਵਾਨਾਂ ਨੇ, ਪੰਡਿਤ ਲੋਕਾਂ ਨੇ ਪਹਿਲੀ ਸੰਧਿਆ ਸਵੇਰ ਦੀ ਮੰਨੀ ਹੈ, ਜਦੋਂ ਰਾਤ ਬੀਤਦੀ ਹੈ ਔਰ ਦਿਨ ਚੜ੍ਹਦਾ ਹੈ। ਦੂਸਰੀ ਸੰਧਿਆ ਦੁਪਹਿਰ ਨੂੰ ਮੰਨਦੇ ਆ। ਦੋ ਪਹਿਰ ਪਿਛਲੇ ਔਰ ਦੋ ਪਹਿਰ ਅਗਲੇ
ਜਿੱਥੇ ਇਕੱਠੇ ਹੁੰਦੇ ਹਨ, ਸੂਰਜ ਸਿਰ ਦੇ ਉੱਤੇ ਆ ਜਾਂਦਾ ਹੈ, ਦੁਪਹਿਰ ਦਾ ਸਮਾਂ, ਉਹਨੂੰ ਵੀ ਸੰਧਿਆ ਕਹਿੰਦੇ ਹਨ। ਔਰ ਆਮ ਬੋਲੀ ਵਿੱਚ ਜਿਹੜੀ ਸਰਵ ਪ੍ਰਚਲਿਤ ਹੈ, ਸਰਵ ਮਾਨਿਆ ਹੈ, ਉਹ ਸ਼ਾਮ ਦਾ ਟਾਈਮ, ਜਦੋਂ ਦਿਨ ਬੀਤਦਾ ਹੈ, ਸਮਾਪਤ ਹੁੰਦਾ ਹੈ, ਰਾਤ ਸ਼ੁਰੂ ਹੁੰਦੀ ਹੈ, ਸੂਰਜ ਗਰੂਬ ਹੋ ਜਾਂਦਾ ਹੈ, ਸੂਰਜ ਦੇ ਛਿਪਣ ਦੇ ਸਮੇਂ ਨੂੰ ਵੀ ਸੰਧਿਆ ਕਿਹਾ ਜਾਂਦਾ ਹੈ। ਔਰ ਜ਼ਿਆਦਾਤਰ ਪੰਜਾਬ ਹਿੰਦੁਸਤਾਨ ਵਿੱਚ ਸੰਸਕ੍ਰਿਤ ਬੋਲੀ ਦੇ ਹਿੰਦੀ ਬੋਲਣ ਵਾਲੇ ਔਰ ਪੰਜਾਬੀ ਬੋਲਣ ਵਾਲੇ ਇਸ ਸ਼ਬਦ ਦੀ ਵਰਤੋਂ ਸ਼ਾਮ ਵਾਸਤੇ ਹੀ ਜ਼ਿਆਦਾਤਰ ਕਰਦੇ ਹਨ। ਕਈ ਲੋਕ 2.5 ਸੰਧਿਆ ਮੰਨਦੇ ਹਨ, ਸਵੇਰ ਦੀ ਪੂਰੀ, ਸ਼ਾਮ ਦੀ ਪੂਰੀ ਔਰ ਦੁਪਹਿਰ ਦੀ ਅੱਧੀ ਸੰਧਿਆ ਮੰਨਦੇ ਹਨ। ਕੁਝ ਵਿਦਵਾਨ ਦੁਪਹਿਰ ਦੀ ਸੰਧਿਆ ਨਹੀਂ ਮੰਨਦੇ, ਸਵੇਰੇ ਔਰ ਸ਼ਾਮ ਦੀ ਹੀ ਮੰਨਦੇ ਹਨ। ਪਰ ਜ਼ਿਆਦਾਤਰ ਕਹਿ ਲਈਏ ਵੀ 80% ਲੋਕ ਸ਼ਾਮ ਦੀ ਸੰਧਿਆ ਨੂੰ ਹੀ ਮੰਨਦੇ ਹਨ। ਅਤੇ ਜਿਹੜੇ 3 ਸੰਧਿਆ ਕਰਦੇ ਹਨ, ਉਹ ਸਵੇਰੇ ਵੀ ਪੂਜਾ ਪਾਠ ਕਰਦੇ ਹਨ, ਦੁਪਹਿਰ ਨੂੰ ਵੀ ਪ੍ਰਸ਼ਾਦਾ ਛਕਣ ਲੱਗਿਆ ਨਹਾ ਧੋ ਕੇ ਫਿਰ ਪੂਜਾ ਪਾਠ ਕਰਕੇ ਪ੍ਰਸ਼ਾਦਾ ਛਕਦੇ ਹਨ, ਔਰ ਸ਼ਾਮ ਨੂੰ ਵੀ ਫਿਰ ਪੂਜਾ ਪਾਠ ਕਰਦੇ ਹਨ, ਸੰਧਿਆ ਕਰਦੇ ਹਨ। ਆਮ ਤੌਰ 'ਤੇ ਜਿਹੜੀ ਇਹ ਸੰਧਿਆ 2 ਟਾਈਮ ਦੀ ਹੈ, ਉਹ ਸਾਰੇ ਲੋਕ ਘੱਟ ਵੱਧ ਨਿਤਨੇਮ ਪੂਜਾ ਪਾਠ ਕੋਈ ਨਾ ਕੋਈ ਕਰਦੇ ਹਨ। ਮੁਸਲਮਾਨ ਵੀਰ 5 ਟਾਈਮ ਨਮਾਜ਼ ਪੜ੍ਹਦੇ ਹਨ, ਔਰ ਸਨਾਤਨੀ ਮਤ ਵਾਲੇ ਉਹ 2 ਟਾਈਮ ਤਾਂ ਜ਼ਰੂਰੀ ਹੈ, ਕਈ 3 ਟਾਈਮ ਵੀ ਕਰਦੇ ਹਨ। ਸੰਧਿਆ ਬੰਦਨ ਵੀ ਕਹਿੰਦੇ ਹਨ। ਸੰਧਿਆ ਬੰਦਨ ਦਾ ਮਤਲਬ ਹੈ ਵੀ ਸ਼ਾਮ ਦੇ ਸਮੇਂ ਦੀ, ਸੰਧਿਆ ਦੇ ਸਮੇਂ ਦੀ ਪੂਜਾ, ਭਗਵਾਨ ਨੂੰ ਮੱਥਾ ਟੇਕਣਾ, ਨਮਸਕਾਰ ਕਰਨੀ, ਜਿਵੇਂ ਸਵੇਰ ਵੇਲੇ ਸੂਰਿਆ ਨਮਸਕਾਰ ਕਰਦੇ ਹਨ, ਸ਼ਾਮ ਨੂੰ ਇਹ ਸੰਧਿਆ ਨਮਸਕਾਰ ਕਰਦੇ ਹਨ। ਗੁਰੂ ਖਾਲਸੇ ਨੂੰ ਵੀ ਸਤਿਗੁਰੂ ਜੀ ਨੇ ਮਰਜ਼ਾਦਾ ਦਿੱਤੀ ਹੈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ, ਗੁਰਬਾਣੀ ਦਾ ਨਿਤਨੇਮ ਕਰਨਾ, ਆਸਾ ਜੀ ਦੀ ਵਾਰ ਦਾ ਕੀਰਤਨ ਸੁਣਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਅਕਾਲੀ ਬਾਣੀ ਦੀ ਕਥਾ ਸੁਣਨੀ, ਇਹ ਗੁਰਸਿੱਖਾਂ ਦੀ ਅੰਮ੍ਰਿਤ ਵੇਲੇ ਦੀ ਸੰਧਿਆ ਹੈ, ਸਵੇਰ ਦਾ ਨਿਤਨੇਮ ਹੈ। ਬਹੁਤ ਅਭਿਆਸੀ ਗੁਰਸਿੱਖ ਹਰ ਵੇਲੇ ਜੋ ਨਾਮ ਜਪਣ ਵਾਲੇ ਹਨ, ਉਹਨਾਂ ਦੇ ਤਾਂ ਕਹਿਣੇ ਹੀ ਕਿਆ ਹਨ। ਪਰ ਜੇ ਕੋਈ ਸਵੇਰ ਦਾ ਨਿਤਨੇਮ ਕਰਦਾ ਹੈ, ਬਾਣੀ ਪੜ੍ਹਦਾ ਹੈ, ਉਹ ਵੀ ਬਹੁਤ ਲਾਭ ਲਾਹਾ ਲੈ ਜਾਂਦਾ ਹੈ। ਔਰ ਦੁਪਹਿਰ ਵੀ ਪ੍ਰਸ਼ਾਦਾ ਛਕਣ ਲੱਗਿਆਂ ਗੁਰੂ ਕੇ ਸਿੱਖ ਨੂੰ ਹੁਕਮ ਹੈ ਵੀ ਘੱਟੋ ਘੱਟ ਮੂਲ ਮੰਤਰ ਦਾ ਪਾਠ ਕਰੇ, ਵਾਹਿਗੁਰੂ ਦਾ ਨਾਮ ਲਵੇ, ਜਾਂ ਦੀਨਨ ਕੀ ਪ੍ਰਤਪਾਲ ਵਾਲਾ ਸਵਈਆ ਪੜ੍ਹੇ, ਜਾਂ ਹੋਰ ਕੋਈ ਗੁਰਬਾਣੀ 'ਚੋਂ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਇਤਿਆਦਿਕ ਸ਼ਬਦਾਂ ਦਾ ਜਾਪ ਕਰਕੇ ਫਿਰ ਪ੍ਰਸ਼ਾਦਾ ਛਕੇ। ਇਹ ਗੁਰੂ ਕੇ ਸਿੱਖਾਂ ਦੀ ਦੁਪਹਿਰ ਦੇ ਸਮੇਂ ਦੀ ਸੰਧਿਆ ਹੈ। ਸ਼ਾਮ ਦੀ ਸੰਧਿਆ ਗੁਰੂ ਕੇ ਸਿੱਖਾਂ ਨੂੰ ਮਹਾਰਾਜ ਨੇ ਬਖਸ਼ੀ ਹੈ। ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਆਰਤੇ ਦਾ ਕੀਰਤਨ, ਔਰ ਗੁਰ ਇਤਿਹਾਸ ਦੀ ਜੋ ਕਥਾ ਹੈ, ਗੁਰੂ ਸਾਹਿਬਾਂ ਦੇ ਜੀਵਨ ਚਰਿੱਤਰ ਪੜ੍ਹਨੇ, 10 ਪਾਤਸ਼ਾਹੀਆਂ ਦੀ ਕਥਾ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ, ਮਹਿਮਾ ਪ੍ਰਕਾਸ਼ ਗ੍ਰੰਥ ਵਿੱਚੋਂ, ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਵਿੱਚੋਂ, ਸ਼ਹੀਦਾਂ ਸਿੰਘਾਂ ਦਾ ਇਤਿਹਾਸ ਸੁਣਨਾ, ਗੁਰੂਆਂ ਦਾ ਇਤਿਹਾਸ ਸੁਣਨਾ, ਇਹ ਗੁਰਸਿੱਖਾਂ ਦੀ ਸ਼ਾਮ ਦੀ ਸੰਧਿਆ ਹੈ। ਰਹਿਰਾਸ ਸਾਹਿਬ ਦਾ ਪਾਠ ਰੋਜ਼ ਕਰਨਾ ਜਾਂ ਸੁਣਨਾ, ਔਰ ਆਰਤੀ ਆਰਤਾ ਕਰਨਾ, ਨਾਲ ਗੁਰਬਾਣੀ ਦਾ ਕੀਰਤਨ ਸੁਣਨਾ, ਕਥਾ ਸੁਣਨੀ, ਇਹ ਸੰਧਿਆ ਦੱਸੀ ਗਈ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਇਹ ਪਾਵਨ ਸਲੋਕ ਉਚਾਰਨ ਕੀਤਾ ਹੈ,
ਇਹਦੇ ਵਿੱਚ ਇਹ ਗੱਲ ਦ੍ਰਿੜ ਕਰਾਈ ਹੈ ਵੀ ਸੰਧਿਆ ਪ੍ਰਵਾਨ ਕਿਹੜੀ ਹੋਵੇਗੀ। ਸਵੇਰ ਦੀ ਸੰਧਿਆ, ਦੁਪਹਿਰ ਦੀ ਸੰਧਿਆ, ਸ਼ਾਮ ਦੀ ਸੰਧਿਆ, ਇਹ ਤਿੰਨੇ ਹੀ ਕਰ ਲਵੇ, ਭਾਵੇਂ ਕੋਈ 2 ਕਰੇ ਭਾਵੇਂ 1 ਕਰੇ, ਪਰ ਸ਼ਰਤ ਇਹ ਹੈ ਵੀ ਜੋ ਵੀ ਕਰੇ ਸੱਚੇ ਮਨ ਨਾਲ ਕਰੇ। ਵਾਹਿਗੁਰੂ ਪਰਮੇਸ਼ਰ ਨੂੰ ਪ੍ਰੇਮ ਕਰਦਾ ਹੋਇਆ ਸੱਚੀ ਭਾਵਨਾ ਦੇ ਨਾਲ ਅਕਾਲ ਪੁਰਖ ਨੂੰ ਚੇਤੇ ਕਰੇ। ਭਾਵੇਂ ਉਹ ਮੰਦਰ ਵਿੱਚ ਪੂਜਾ ਕਰ ਰਿਹਾ ਪੁਜਾਰੀ ਹੈ, ਭਾਵੇਂ ਗੁਰਦੁਆਰੇ ਦਾ ਗ੍ਰੰਥੀ ਸਿੰਘ ਹੈ, ਭਾਵੇਂ ਕੋਈ ਆਪਣਾ ਨਿਤਨੇਮ ਆਪਣੇ ਘਰ 'ਚ ਬਹਿ ਕੇ ਸਵੇਰ ਸ਼ਾਮ ਦਾ ਪੂਜਾ ਪਾਠ ਕਰ ਰਿਹਾ ਹੈ, ਭਾਵੇਂ ਕੋਈ ਮੁਸਲਮਾਨ ਨਮਾਜ਼ ਵੀ ਪੜ੍ਹ ਰਿਹਾ। ਗੁਰੂ ਨਾਨਕ ਦੇਵ ਜੀ ਨੂੰ ਦੌਲਤ ਖਾਂ ਨਵਾਬ ਨੇ ਇਹ ਗੱਲ ਕਹੀ ਸੀ, ਜੇ ਤੁਹਾਡੀ ਨਿਗਾਹ ਵਿੱਚ ਹਿੰਦੂ ਅਤੇ ਮੁਸਲਮਾਨ ਦਾ ਫਰਕ ਕੋਈ ਨਹੀਂ, ਤੁਸੀਂ ਸਾਡੇ ਨਾਲ ਚੱਲ ਕੇ ਨਮਾਜ਼ ਨਹੀਂ ਪੜ੍ਹ ਸਕਦੇ, ਚੱਲ ਕੇ ਨਮਾਜ਼ ਪੜ੍ਹੋ। ਮਹਾਰਾਜ ਕਹਿੰਦੇ ਵੀ ਚਲੋ ਪੜ੍ਹਦੇ ਹਾਂ। ਜਦੋਂ ਨਮਾਜ਼ ਪੜ੍ਹਨ ਨਾਲ ਚਲੇ ਗਏ, ਮੁਸਲਮਾਨ ਬੜੇ ਖੁਸ਼ ਵੀ ਅੱਜ ਨਾਨਕ ਨੂੰ ਅਸੀਂ ਨਮਾਜ਼ ਪੜ੍ਹਾ ਲਵਾਂਗੇ ਅਤੇ ਫਿਰ ਮੁਸਲਮਾਨਾਂ 'ਚ ਰਲ ਜਾਏਗਾ। ਹਿੰਦੂ ਬੜੇ ਦੁਖੀ ਵੀ ਨਾਨਕ ਬੇਦੀਆਂ ਦਾ ਪੁੱਤਰ ਹੋ ਕੇ ਮੁਸਲਮਾਨ ਬਣੇਗਾ। ਬੜੀ ਨਮੋਸ਼ੀ ਵਾਲੀ ਗੱਲ ਹੈ। ਪਰ ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਮਸੀਤੇ ਗਏ ਸਨ ਤਾਂ ਉੱਥੇ ਜਾ ਕੇ ਮਹਾਰਾਜ ਨਮਾਜ਼ ਪੜ੍ਹਨ ਵਾਲਿਆਂ ਦੇ ਵਿੱਚ ਸਿੱਧੇ ਖੜ੍ਹੇ ਰਹੇ। ਜਿਵੇਂ ਮੁਸਲਮਾਨ ਨਾਲ ਨਮਾਜ਼ ਪੜ੍ਹਦੇ ਹਨ ਅਤੇ ਨਾਲ ਨਾਲ ਆਪਣੇ ਸਰੀਰ ਦੀ ਕੁਛ ਹਰਕਤ ਮਰਜ਼ਾਦਾ ਵੀ ਕਰਦੇ ਹਨ, ਬੈਠਣ ਦੀ, ਖਲੋਣ ਦੀ। ਕੁਛ ਸੂਰੇ ਜਿਹੜੇ ਹਨ ਉਹ ਸੱਜੇ ਪਾਸੇ ਮੂੰਹ ਕਰਕੇ ਪੜ੍ਹਨੇ ਹੈ, ਕੁਝ ਖੱਬੇ ਪਾਸੇ, ਕੋਈ ਸਿੱਧਾ ਮੂੰਹ ਕਰਕੇ, ਕੋਈ ਗੋਡਿਆਂ 'ਤੇ ਹੱਥ ਧਰ ਕੇ ਖਲੋ ਕੇ ਪੜ੍ਹਨੇ ਹਨ, ਕੋਈ ਪੈਰ ਪਿਛਾਂਹ ਕਰਕੇ ਗੋਡੇ ਮੋੜ ਕੇ ਬੈਠਣਾ ਹੈ। ਕੁਛ ਇਸ ਤਰ੍ਹਾਂ ਉਹ ਤਰੀਕਾ ਹੈ। ਉਹ ਸਾਰੇ ਤਰੀਕੇ ਮੁਸਲਮਾਨ ਤਾਂ ਕਰਦੇ ਰਹੇ, ਕਾਜ਼ੀ ਵੀ ਕਰਦਾ ਰਿਹਾ ਅਤੇ ਦੌਲਤ ਖਾਂ ਨਵਾਬ ਵੀ ਕਰਦਾ ਰਿਹਾ, ਪਰ ਗੁਰੂ ਸਾਹਿਬ ਸਿੱਧੇ ਖੜ੍ਹੇ ਰਹੇ। ਨਮਾਜ਼ ਪੂਰੀ ਹੋਣ ਤੋਂ ਬਾਅਦ ਦੌਲਤ ਖਾਂ ਨੇ ਅਤੇ ਕਾਜ਼ੀ ਨੇ ਇਤਰਾਜ਼ ਕੀਤਾ ਵੀ ਤੁਸੀਂ ਨਮਾਜ਼ ਵਿੱਚ ਸ਼ਾਮਲ ਨਹੀਂ ਹੋਏ। ਕਹਿ ਕੇ ਤੇ ਆਏ ਸੀ ਮੈਂ ਨਮਾਜ਼ ਪੜ੍ਹਾਂਗਾ, ਪਰ ਨਮਾਜ਼ ਪੜ੍ਹੀ ਨਹੀਂ। ਮਹਾਰਾਜ ਕਹਿੰਦੇ ਕਿਹਦੇ ਨਾਲ ਪੜ੍ਹਦੇ? ਕਾਜ਼ੀ ਕਹਿੰਦਾ ਮੇਰੇ ਨਾਲ ਪੜ੍ਹਨੀ ਸੀ, ਸਾਰਿਆਂ ਨੇ ਮੇਰੇ ਨਾਲ ਪੜ੍ਹੀ ਹੈ, ਤੁਸੀਂ ਮੇਰੇ ਨਾਲ ਪੜ੍ਹਨੀ ਸੀ। ਮਹਾਰਾਜ ਕਹਿੰਦੇ ਕਾਜ਼ੀ ਸਾਹਿਬ, ਤੁਹਾਡੇ ਨਾਲ ਕੀ ਨਮਾਜ਼ ਪੜ੍ਹਨੀ ਸੀ? ਤੁਸੀਂ ਤਾਂ ਘਰ ਵਿੱਚ ਘੋੜੀ ਸੂਈ ਹੋਈ ਸੀ, ਉਹਦਾ ਵਛੇਰਾ ਕਿਤੇ ਖੂਹ 'ਚ ਨਾ ਡਿੱਗ ਪਵੇ, ਪਿੱਛੇ ਖੂਹੀ ਹੈ ਘਰ ਦੇ, ਵਛੇਰੀ ਦਾ ਬੱਚਾ, ਵੱਛੀ ਦਾ, ਇਹ ਘੋੜੀ ਦਾ ਬੱਚਾ ਜੋ ਵਛੇਰਾ ਹੈ ਉਹ ਕਿਤੇ ਲੱਤ ਬਾਂਹ ਨਾ ਤੁੜਾ ਲਵੇ। ਸਾਰਾ ਧਿਆਨ ਤੁਹਾਡਾ ਇਸੇ ਗੱਲ ਵਿੱਚ ਲੱਗਾ ਹੋਇਆ ਸੀ, ਤੁਹਾਡੇ ਨਾਲ ਕਿਵੇਂ ਨਮਾਜ਼ ਪੜ੍ਹਦਾ? ਕਾਜ਼ੀ ਅੰਦਰੋਂ ਹਿੱਲ ਗਿਆ, ਕਿਉਂਕਿ ਗੁਰੂ ਸਾਹਿਬ ਜੀ ਨੇ ਦਿਲ ਦੀ ਗੱਲ ਬੁੱਝ ਲਈ। ਜਿਹੜੀ ਅੰਦਰ ਦੀ ਗੱਲ ਹੈ ਉਹ ਦੂਜੇ ਕਿਸੇ ਨੂੰ ਪਤਾ ਨਹੀਂ ਹੁੰਦੀ। ਭਰਾ ਭਰਾ ਦੀ ਗੱਲ ਨਹੀਂ ਜਾਣਦਾ, ਪਿਓ ਪੁੱਤਰ ਦੇ ਦਿਲ ਦੀ ਗੱਲ ਨਹੀਂ ਜਾਣਦਾ, ਪਤਨੀ ਪਤੀ ਦੇ ਦਿਲ ਦੀ ਗੱਲ ਨਹੀਂ ਜਾਣਦੀ, ਪਤੀ ਪਤਨੀ ਦੇ ਦਿਲ ਦੀ ਗੱਲ ਨਹੀਂ ਜਾਣਦਾ। ਦੁਨੀਆ ਦੇ ਨੇੜੇ ਤੋਂ ਨੇੜਾ ਕੋਈ ਰਿਸ਼ਤਾ ਹੋਵੇ, ਕਿਸੇ ਦੇ ਦਿਲ ਦੀ ਗੱਲ ਬੁੱਝ ਲੈਣੀ ਕੋਈ ਸੌਖਾ ਕੰਮ ਨਹੀਂ ਹੈ। ਇਹ ਕੋਈ ਮਹਾਨ ਪਵਿੱਤਰ ਆਤਮਾ, ਸਰਵ ਵਿਆਪਕ ਬਿਰਤੀ ਰੱਖਣ ਵਾਲਾ ਬ੍ਰਹਮ ਗਿਆਨੀ ਜਾਣ ਸਕਦਾ ਹੈ, ਪਰਮੇਸ਼ਰ ਹੀ ਜਾਣ ਸਕਦਾ ਹੈ। ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਤਾਂ ਕਾਜ਼ੀ ਝੁਕ ਗਿਆ, ਕਹਿਣ ਲੱਗਾ ਮਹਾਰਾਜ ਤੁਸੀਂ ਸੱਚ ਕਹਿੰਦੇ ਹੋ, ਮੇਰਾ ਧਿਆਨ ਵਛੇਰੀ ਵਿੱਚ ਗਿਆ ਹੋਇਆ ਸੀ। ਦੌਲਤ ਖਾਂ ਕਹਿਣ ਲੱਗਾ ਮੇਰੇ ਨਾਲ ਨਮਾਜ਼ ਪੜ੍ਹ ਲੈਣੀ ਸੀ। ਮਹਾਰਾਜ ਕਹਿੰਦੇ ਤੁਹਾਡੇ ਨਾਲ ਕਿਵੇਂ ਪੜ੍ਹਦੇ? ਖਾਨ ਸਾਹਿਬ ਤੁਸੀਂ ਤਾਂ ਕਾਬਲ ਵਿੱਚ ਘੋੜੇ ਖਰੀਦਣ ਗਏ ਹੋਏ ਸੀ, ਵੀ ਉੱਥੇ ਘੋੜੇ ਬੜੇ ਵਧੀਆ ਮਿਲਦੇ ਆ, ਕਾਬਲ ਤੋਂ ਖਰੀਦਾਂਗੇ। ਤੁਸੀਂ ਦੋਵੇਂ ਹੀ ਘੋੜਿਆਂ ਦੇ ਪਿੱਛੇ ਫਿਰਦੇ ਸੀ, ਪਸ਼ੂਆਂ ਦੇ ਪਿੱਛੇ ਫਿਰਦੇ ਸੀ, ਅਸੀਂ ਨਮਾਜ਼ ਕਿਹਦੇ ਨਾਲ ਪੜ੍ਹਦੇ? ਦੌਲਤ ਖਾਂ ਵੀ ਪੈਰੀਂ ਪੈ ਗਿਆ। ਸੱਚੇ ਪਾਤਸ਼ਾਹ ਮਹਾਰਾਜ ਨੇ ਦੱਸਿਆ ਵੀ ਭਾਵੇਂ ਕੋਈ ਨਮਾਜ਼ ਪੜ੍ਹੇ, ਭਾਵੇਂ ਕੋਈ ਮੰਦਰ 'ਚ ਪੂਜਾ ਕਰੇ, ਭਾਵੇਂ ਗੁਰਦੁਆਰੇ 'ਚ ਕਰੇ, ਭਾਵੇਂ ਚਰਚ ਵਿੱਚ ਕਰੇ, ਪਰ ਕਰੇ ਤਾਂ ਹਿਰਦੇ ਨਾਲ, ਪ੍ਰੇਮ ਨਾਲ,
ਸ਼ਰਧਾ ਨਾਲ। ਇਹਾ ਸੰਧਿਆ ਪ੍ਰਵਾਨ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਬਚਨ ਕਰਦੇ, ਸੰਧਿਆ ਪ੍ਰਵਾਨ ਹੈ। ਜਿਤ ਹਰ ਪ੍ਰਭ ਮੇਰਾ ਚਿਤ ਆਵੈ। ਜਿਸ ਸੰਧਿਆ ਵਿੱਚ, ਜਿਸ ਪੂਜਾ ਅਰਚਨਾ ਵਿੱਚ, ਭਾਵੇਂ ਕੋਈ ਰਹਿਰਾਸ ਦਾ ਪਾਠ ਕਰ ਰਿਹਾ ਅਤੇ ਭਾਵੇਂ ਮੰਦਰ 'ਚ ਆਰਤੀ ਉਤਾਰ ਰਿਹਾ ਅਤੇ ਭਾਵੇਂ ਕੋਈ ਸ਼ਾਮ ਦੀ ਨਮਾਜ਼ ਮਸੀਤ 'ਚ ਪੜ੍ਹ ਰਿਹਾ, ਗੱਲ ਪਰਮਾਤਮਾ ਨੂੰ ਚੇਤੇ ਕਰਨ ਦੀ ਹੈ। ਮਹਾਰਾਜ ਕਹਿੰਦੇ ਸੰਧਿਆ ਉਹੀ ਪ੍ਰਵਾਨ ਹੈ ਜਿੱਥੇ ਵਾਹਿਗੁਰੂ ਪਰਮਾਤਮਾ ਸੱਚੇ ਦਿਲ ਨਾਲ ਯਾਦ ਕੀਤਾ ਗਿਆ ਹੋਵੇ ਔਰ ਚਿੱਤ ਆ ਗਿਆ ਹੋਵੇ, ਸਿਮਰਨ ਵਿੱਚ ਆ ਗਿਆ ਹੋਵੇ। ਧਿਆਨ ਸਾਰੇ ਪਦਾਰਥਾਂ ਵੱਲੋਂ, ਮੋਹ ਮਾਇਆ ਦੇ ਕੰਮਾਂ ਵੱਲੋਂ ਹਟ ਕੇ ਉਸ ਪ੍ਰਭੂ ਨਿਰੰਕਾਰ ਪਰਮੇਸ਼ਰ ਅੰਤਰਜਾਮੀ ਜਾਗਤ ਜੋਤ ਦੇ ਚਰਨਾਂ ਵਿੱਚ ਜੁੜ ਜਾਵੇ। ਇਹੀ ਸੰਧਿਆ ਪ੍ਰਵਾਨ ਹੈ। ਇਹਾ ਸੰਧਿਆ ਪ੍ਰਵਾਨ ਹੈ। ਜਿਤ ਹਰ ਪ੍ਰਭ ਮੇਰਾ ਚਿਤ ਆਵੈ। ਹਰਿ ਸਿਉ ਪ੍ਰੀਤ ਉਪਜੈ, ਮਾਇਆ ਮੋਹ ਜਲਾਵੈ। ਐਸੀ ਸੰਧਿਆ ਪ੍ਰਵਾਨ ਹੈ ਵੀ ਵਾਹਿਗੁਰੂ ਚੇਤੇ ਆਵੇ, ਉਸ ਵਾਹਿਗੁਰੂ ਨਾਲ ਸਾਡਾ ਪ੍ਰੇਮ ਪੈਦਾ ਹੋਵੇ, ਪ੍ਰੇਮ ਨਾਲ ਉਸ ਨੂੰ ਯਾਦ ਕਰੀਏ। ਜਦੋਂ ਵਾਹਿਗੁਰੂ ਆਖੀਏ ਅਤੇ ਪੂਰੇ ਪੁਰਾਣਾਂ ਵਿੱਚੋਂ, ਰੋਮ ਰੋਮ ਵਿੱਚੋਂ, ਸਾਡੀ ਸੁਰਤ ਵਿੱਚੋਂ ਵਾਹਿਗੁਰੂ ਨਿਕਲੇ। ਅਸੀਂ ਕਹਿੰਦੇ ਹਾਂ ਵਾਹਿਗੁਰੂ, ਪੜ੍ਹਦੇ ਹਾਂ ਰਹਿਰਾਸ, ਕਰਦੇ ਹਾਂ ਪੰਜ ਬਾਣੀਆਂ ਦਾ ਨਿਤਨੇਮ, ਪਰ ਸਾਧ ਸੰਗਤ ਜੀ ਸਿਰਫ ਮੂੰਹ ਜ਼ਬਾਨੀ ਹੁੰਦਾ ਹੈ। ਸਾਡੇ ਅੰਦਰੋਂ ਧੁਰ ਤੋਂ ਵਾਹਿਗੁਰੂ ਦੇ ਪ੍ਰੇਮ ਦੀ ਆਵਾਜ਼ ਨਹੀਂ ਨਿਕਲਦੀ। ਇਸ ਕਰਕੇ ਸਾਡੀ ਉਹ ਸੰਧਿਆ ਪ੍ਰਵਾਨ ਨਹੀਂ ਹੁੰਦੀ। ਉਸ ਦਿਨ ਭਾਗਾਂ ਵਾਲਾ ਹੋਵੇਗਾ ਜਿਸ ਦਿਨ ਦਿਲੋਂ ਅਸੀਂ ਪਰਮਾਤਮਾ ਦੀ ਪੂਜਾ ਕਰਾਂਗੇ, ਦਿਲੋਂ ਵਾਹਿਗੁਰੂ ਆਖਾਂਗੇ। ਪਰ ਕਈ ਲੋਕ ਇਹਦਾ ਅਰਥ ਇਹ ਸਮਝ ਲੈਂਦੇ ਹੈ ਵੀ ਮਨ ਨਹੀਂ ਲੱਗਦਾ ਪਾਠ ਕਰਨ ਵਿੱਚ, ਵਾਹਿਗੁਰੂ ਆਖਣ ਵਿੱਚ, ਕੀ ਲੋੜ ਹੈ, ਛੱਡੋ ਪਰੇ, ਮਨ 'ਤੇ ਲੱਗਦਾ ਕੋਈ ਨਹੀਂ। ਸਾਧ ਸੰਗਤ ਜੀ ਐਸੀ ਨਿਰਾਸ਼ਤਾ ਵੀ ਨਹੀਂ ਕਰਨੀ। ਮਹਾਰਾਜ ਕਹਿੰਦੇ ਉਚਰੋ ਰਾਮ ਨਾਮ ਲੱਖ ਵਾਰੀ। ਲੱਖ ਵਾਰੀ ਵਾਹਿਗੁਰੂ ਵਾਹਿਗੁਰੂ ਆਖੋ, ਲੱਖ ਵਾਰੀ ਗੁਰਬਾਣੀ ਪੜ੍ਹੋ, ਪੜ੍ਹੀ ਜਾਓ, ਪੜ੍ਹੀ ਜਾਓ। ਪਹਿਲਾਂ ਨੇਮ ਹੀ ਕਰੀ ਜਾਓ, ਪ੍ਰੇਮ ਆਪੇ ਆ ਜਾਏਗਾ। ਜੇ ਆਪਾਂ ਕਹੀਏ ਬਈ ਨੇਮ ਅਸੀਂ ਕਰਨਾ ਨਹੀਂ ਅਤੇ ਪ੍ਰੇਮ ਆ ਜਾਏਗਾ, ਇੱਦਾਂ ਵੀ ਨਹੀਂ ਹੁੰਦਾ। ਪ੍ਰੇਮ ਆਵੇਗਾ, ਲੱਖ ਵਾਰੀ ਵਾਹਿਗੁਰੂ ਵਾਹਿਗੁਰੂ ਆਖਣਾ ਤਾਂ ਕਿ ਇੱਕ ਵਾਰੀ ਆਖਿਆ ਜਾਵੇ। ਕਦੀ ਤਾਂ ਉਹ ਘੜੀ ਆਵੇਗੀ ਜਦੋਂ ਪੂਰੇ ਸਵਾਸ ਜੁੜ ਜਾਣਗੇ, ਮਨ ਜੁੜ ਜਾਏਗਾ ਇਕਾਗਰਤਾ ਨਾਲ, ਵਾਹਿਗੁਰੂ 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 ਨਿਕਲੇਗਾ ਮੂੰਹ ਤੋਂ। ਮਹਾਰਾਜ ਕਹਿੰਦੇ ਹਰਿ ਸਿਉ ਪ੍ਰੀਤ ਉਪਜੈ। ਉਹ ਸੰਧਿਆ ਕਰਦਿਆਂ ਕਰਦਿਆਂ, ਪੂਜਾ ਪਾਠ ਕਰਦਿਆਂ ਕਰਦਿਆਂ, ਰਹਿਰਾਸ ਕਰਦਿਆਂ ਕਰਦਿਆਂ ਹਰੀ ਨਾਲ, ਪਰਮਾਤਮਾ ਨਾਲ ਪ੍ਰੇਮ ਪੈਦਾ ਹੋ ਜਾਵੇ, ਮਾਇਆ ਦਾ ਮੋਹ ਸੜ ਜਾਵੇ। ਗੁਰ ਪ੍ਰਸਾਦੀ ਦੁਬਿਧਾ ਮਰੈ, ਮਨੁਆ ਆਸਥਿਰ ਸੰਧਿਆ ਕਰੇ ਵਿਚਾਰ। ਕਿਸੇ ਪ੍ਰਾਣੀ ਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ, ਦੁਬਿਧਾ ਉਹਦੀ ਖਤਮ ਹੋ ਜਾਵੇ। ਦੁਬਿਧਾ ਕਹਿੰਦੇ ਦੋ ਵਿਧਾ, ਦੋ ਤਰ੍ਹਾਂ ਮਨ ਹੋਇਆ ਪਿਆ। ਇੱਕ ਪਾਸੇ ਗੁਰੂ ਚੰਗਾ ਲੱਗਦਾ ਹੈ, ਇੱਕ ਪਾਸੇ ਸੰਸਾਰ ਵੀ ਨਹੀਂ ਛੱਡਿਆ ਜਾਂਦਾ। ਦੋ ਬੇੜੀਆਂ ਦੇ ਉੱਤੇ ਪੈਰ ਹੈ ਸਾਡਾ। ਇੱਕ ਪਾਸੇ ਸਾਨੂੰ ਸੰਸਾਰ ਦੇ ਸੁੱਖ ਚੰਗੇ ਲੱਗਦੇ ਹਨ, ਸੰਸਾਰ ਦੇ ਵਿੱਚ ਸਦਾ ਹੀ ਰਹੀਏ। ਇੱਕ ਪਾਸੇ ਪਤਾ ਹੈ ਵੀ ਛੱਡ ਕੇ ਜਾਣਾ ਹੈ, ਇੱਥੇ ਰਹਿਣਾ ਕੋਈ ਨਹੀਂ। ਅਨੇਕ ਪ੍ਰਕਾਰ ਦੀ ਦੁਬਿਧਾ ਜੀਵ ਦੇ ਅੰਦਰ ਹੈ। ਕਬੀਰ ਧਰਤੀ ਅਰ ਆਕਾਸ਼ ਮੈਂ ਦੋਏ ਤੂੰ ਬਰੀ ਅਬਧ, ਖੜ ਦਰਸ਼ਨ ਸੰਸੇ ਪਰੇ ਅਰ 84 ਸਿੱਧ। ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਸਲੋਕਾਂ 'ਚ ਬਚਨ ਆਇਆ, ਕਹਿੰਦੇ ਧਰਤੀ ਆਕਾਸ਼ ਵਿੱਚ, ਪੂਰੀ ਦੁਨੀਆ ਵਿੱਚ ਹੇ ਦੁਬਿਧਾ ਤੂੰ ਅਬਧ ਹੈ, ਭਾਵ ਤੇਰਾ ਨਾਸ ਕਰਨਾ ਬੜਾ ਔਖਾ ਹੈ, ਤੈਨੂੰ ਮਾਰਨਾ ਬੜਾ ਔਖਾ ਹੈ, ਤੇਰਾ
ਨਿਵਾਰਨ ਨਹੀਂ ਕੀਤਾ ਜਾਂਦਾ। ਹਰ ਜਗ੍ਹਾ 'ਤੇ ਤਾਂ ਦੁਬਦਾ ਹੈ। ਰੋਟੀ ਖਾਣ ਲੱਗਿਆਂ ਵੀ ਦੁਬਦਾ ਹੈ ਵੀ ਦੁੱਧ ਲੱਸੀ ਨਾਲ ਰੋਟੀ ਖਾਈਏ ਕਿ ਪਾਣੀ ਪੀਵੀਏ ਨਾਲ, ਸਬਜ਼ੀ ਨਾਲ ਖਾਈਏ ਕਿ ਦਾਲ ਨਾਲ ਖਾਈਏ, ਦਹੀਂ ਖਾਈਏ ਕਿ ਨਾ ਖਾਈਏ, ਮੱਕੀ ਦੀ ਰੋਟੀ ਖਾਈਏ ਕਿ ਕਣਕ ਦੀ ਖਾਈਏ। ਇੱਥੇ ਵੀ ਦੁਬਦਾ ਹੈ। ਕੱਪੜਾ ਸਿਆਲ ਵਾਲਾ ਪਾਈਏ, ਮੋਟਾ ਪਾਈਏ, ਪਤਲਾ ਪਾਈਏ, ਗਰਮ ਪਾਈਏ, ਠੰਡਾ ਪਾਈਏ, ਕਾਲੇ ਰੰਗ ਦੇ ਕੱਪੜੇ ਪਾਈਏ, ਨੀਲੇ ਰੰਗ ਦੇ ਪਾਈਏ, ਪੀਲੇ ਪਾਈਏ, ਚਿੱਟੇ ਪਾਈਏ। ਕਿਸੇ ਦੇ ਘਰ ਜਾਣਾ, ਜਾਈਏ ਕਿ ਨਾ ਜਾਈਏ, ਆਹ ਕੰਮ ਕਰੀਏ ਕਿ ਨਾ ਕਰੀਏ, ਗੁਰਦੁਆਰੇ ਜਾਈਏ ਕਿ ਨਾ ਜਾਈਏ, ਹਰ ਜਗ੍ਹਾ 'ਤੇ ਦੁਬਦਾ ਹੈ, ਹਰ ਜਗ੍ਹਾ 'ਤੇ ਦੁਬਦਾ ਹੈ। ਕਬੀਰ ਧਰਤੀ ਔਰ ਆਕਾਸ਼ ਮੈਂ ਦੋਏ ਤੂੰ ਬਰੀ ਅਬਦ। ਦਿਨ ਰਾਤ ਹੈ, ਸਾਂਝ ਸਵੇਰ ਹੈ, ਚੰਗਾ ਮਾੜਾ ਹੈ, ਇਸਤਰੀ ਪੁਰਸ਼ ਹੈ, ਹਰ ਚੀਜ਼ ਦਾ ਜੋੜਾ। ਦੁਬਦਾ ਤਾਂ ਇੱਥੇ ਵੀ ਹੈ। ਦੋ ਬਿਧਾ ਮਰਦੀ ਨਹੀਂ, ਖਟ ਦਰਸ਼ਨ ਸੰਸੇ ਪਰੇ। ਵੱਡੇ ਵੱਡੇ ਵਿਦਵਾਨ, ਨਿਆਏ ਸ਼ਾਸਤਰ ਦੇ ਵਿਸ਼ੇਸ਼ਕ ਦੇ, ਪਤੰਜਲੀ ਵਰਗੇ, ਵੇਦ ਵਿਆਸ ਵਰਗੇ ਜਿਹੜੇ 6 ਸ਼ਾਸਤਰਾਂ ਦੇ ਲਿਖਣ ਵਾਲੇ ਵਿਦਵਾਨ ਹਨ, ਉਹ 6 ਸ਼ਾਸਤਰਾਂ ਦੇ ਕਰਤਾ ਵੀ ਸੰਸੇ 'ਚ ਪਏ ਹੋਏ ਹਨ। ਉਹਨਾਂ ਵਿੱਚ ਵੀ ਦੁਬਦਾ ਹੈ। ਕਹਿੰਦੇ ਦੁਬਦਾ ਮਰਦੀ ਕਿਵੇਂ, ਐਸਾ ਕੋਏ ਜੇ ਦੁਬਦਾ ਮਾਰ ਗਵਾਵੈ, ਇਸੈ ਮਾਰ ਰਾਜ ਜੋ ਕਮਾਵੇ। ਐਸਾ ਕੋਈ ਹੋਵੇ ਜਿਹੜਾ ਦੁਬਦਾ ਨੂੰ ਮਾਰੇ। ਕਹਿੰਦੇ ਗੁਰੂ ਦੀ ਕਿਰਪਾ ਨਾਲ ਮਰਦੀ ਹੈ। ਮਨੁ ਆਸਥਿਰ, ਫਿਰ ਮਨ ਟਿਕ ਜਾਂਦਾ ਹੈ। ਸੰਧਿਆ ਕਰੇ ਵਿਚਾਰ, ਟਿਕਿਆ ਹੋਇਆ ਮਨ ਫਿਰ ਸੰਧਿਆ ਕਰਦਾ, ਉਸ ਪਰਮਾਤਮਾ ਨੂੰ ਯਾਦ ਕਰਦਾ ਹੈ। ਉਹ ਭਾਵੇਂ ਰਹਿਰਾਸ ਕਰੇ, ਭਾਵੇਂ ਆਰਤੀ ਕਰੇ, ਭਾਵੇਂ ਪੂਜਾ ਕਰੇ, ਭਾਵੇਂ ਨਮਾਜ਼ ਪੜ੍ਹੇ, ਉਹਦੀ ਹਰ ਗੱਲ ਵਿਚਾਰ ਦੇ ਅਧੀਨ ਹੁੰਦੀ ਹੈ, ਵਿਵੇਕ ਬੁੱਧੀ ਨਾਲ ਹੁੰਦੀ ਹੈ। ਸਾਵਧਾਨ ਹੋ ਕੇ ਆਪਣੇ ਪ੍ਰਭੂ ਦੇ ਸਰੂਪ ਵਿੱਚ ਆਪਣਾ ਧਿਆਨ ਲਾ ਕੇ ਰੱਖਦਾ ਹੈ। ਨਾਨਕ ਸੰਧਿਆ ਕਰੈ ਮਨ ਮੁਖੀ, ਜੀਉ ਨਾ ਟਿਕੈ, ਮਰ ਜੰਮੈ ਹੋਏ ਖੁਆਰ। ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ ਕਿ ਇਹ ਮਨਮੁਖ ਸੰਧਿਆ ਤਾਂ ਕਰਦੇ ਹਨ, ਸੰਸਾਰੀ ਲੋਕ ਪੂਜਾ ਪਾਠ ਤਾਂ ਕਰਦੇ ਹਨ, ਪਰ ਇਹਨਾਂ ਦਾ ਮਨ ਟਿਕਦਾ ਕੋਈ ਨਹੀਂ। ਇਹਨਾਂ ਦਾ ਮਨ ਪਦਾਰਥਾਂ ਦੇ ਵੱਲ ਹੀ ਦੌੜਿਆ। ਜਿਹੜੇ ਪਦਾਰਥ ਰਹਿਣੇ ਕੋਈ ਨਹੀਂ, ਜਿਹੜੇ ਨਾਲ ਜਾਣੇ ਕੋਈ ਨਹੀਂ, ਜਿਹੜੇ ਸੰਬੰਧ ਟੁੱਟ ਜਾਣੇ ਨੇ, ਉਹਨਾਂ ਦੇ ਵਿੱਚ ਮਨ ਇਸ ਜੀਵ ਦਾ ਲੱਗਾ ਹੋਇਆ। ਉਹ ਟਿਕ ਨਹੀਂ ਸਕਦਾ। ਸਾਧ ਸੰਗਤ ਜੀ, ਕਿਸੇ ਘੁੰਮਣ ਵਾਲੇ ਪਹੀਏ ਦੇ ਨਾਲ ਕੋਈ ਚੀਜ਼ ਬੰਨ੍ਹ ਦਈਏ। ਪਹਿਲਾਂ ਆਪਣੇ ਸਾਈਕਲਾਂ ਦੇ ਵਿੱਚ ਨਾ, ਸਾਈਕਲ ਦੀਆਂ ਤਾਰਾਂ ਦੇ ਵਿੱਚ ਇੱਕ ਲਾਲ, ਪੀਲੇ, ਹਰੇ, ਨੀਲੇ ਜਿਹੇ ਫੁੱਲ ਲਾਉਂਦੇ ਹੁੰਦੇ ਸੀਗੇ। ਅਤੇ ਉਹ ਜਦੋਂ ਸਾਈਕਲ ਚੱਲਦਾ ਸੀ ਅਤੇ ਉਹ ਹੁੰਦਾ ਤਾਂ ਸ਼ੋਅ ਵਾਸਤੇ ਲਾ ਦਿੰਦੇ ਸੀ। ਉਹ ਨਾਲ ਉਹ ਵੀ ਘੁੰਮੀ ਜਾਂਦਾ ਸੀ। ਪਹੀਆ ਘੁੰਮੇਗਾ ਅਤੇ ਜਿਹੜੀ ਚੀਜ਼ ਪਹੀਏ ਦੇ ਨਾਲ ਲੱਗੀ ਉਹ ਘੁੰਮੇਗੀ, ਕੁਦਰਤੀ ਹੈ, ਨੇਚਰਲੀ ਹੈ। ਸਾਡਾ ਮਨ ਘੁੰਮਣ ਵਾਲੀ ਚੀਜ਼ ਨਾਲ ਲੱਗਾ ਹੋਇਆ, ਮਾਇਆ ਨਾਲ। ਟਿਕਦੀ ਤਾਂ ਹੈ ਨਹੀਂ। ਜਦੋਂ ਨਾ ਟਿਕਣ ਵਾਲੀ ਚੀਜ਼ ਵਿੱਚ, ਨਾ ਟਿਕਣ ਵਾਲੇ ਪਦਾਰਥਾਂ ਵਿੱਚ, ਨਾ ਰਹਿਣ ਵਾਲੀਆਂ ਚੀਜ਼ਾਂ 'ਚ ਮਨ ਜਾਏਗਾ ਤਾਂ ਉਹ ਵੀ ਨਾਲ ਘੁੰਮੇਗਾ, ਕੁਦਰਤੀ ਹੈ। ਜਿਵੇਂ ਪਹੀਏ ਦੇ ਨਾਲ ਲੱਗੇ ਹੋਏ ਫੁੱਲ ਸਾਈਕਲ ਦੇ ਵਿੱਚ ਲਾਏ ਹੋਏ ਘੁੰਮਦੇ ਹੁੰਦੇ ਸੀ, ਹੁਣ ਵੀ ਕਿਤੇ ਕਿਤੇ ਹੋਣਗੇ। ਸੋ ਇਹ ਮਹਾਰਾਜ ਕਹਿੰਦੇ ਘੁੰਮਣ ਵਾਲਾ ਪਹੀਆ ਮਾਇਆ ਹੈ, ਮਨ ਉਹਦੇ ਨਾਲ ਲੱਗਾ ਹੋਇਆ ਹੈ। ਸਤਿਗੁਰੂ ਦਾ ਬਚਨ ਹੈ, ਮਾਇਆ ਡੋਲੈ ਬਹੁ ਵਿਧੀ, ਮਨ ਲਪਟਿਓ ਤੇ ਸੰਗ। ਮਾਇਆ ਬੜੇ ਰੂਪਾਂ ਵਿੱਚ ਇਹ ਭਰਮਦੀ ਹੈ, ਭਟਕਦੀ ਹੈ, ਡੋਲਦੀ ਹੈ, ਘੁੰਮਦੀ ਹੈ। ਮਨ ਉਹਦੇ ਨਾਲ ਚਿੰਬੜਿਆ ਹੋਇਆ ਇਹ ਵੀ ਘੁੰਮਦਾ। ਸੋ ਇਸ ਤਰ੍ਹਾਂ ਸਾਹਿਬ ਜੀ ਬਚਨ ਕਰਦੇ ਨੇ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਨਾਨਕ ਸੰਧਿਆ ਕਰੈ ਮਨਮੁਖੀ, ਜੀਉ ਨਾ ਟਿਕੈ। ਮਨਮੁਖਾਂ ਦਾ ਮਨ ਟਿਕਦਾ ਨਹੀਂ।
ਹਿਰਦਾ ਟਿਕਦਾ ਨਹੀਂ। ਮਰ ਜੰਮੇ ਹੋਏ ਖੁਆਰ ਮਰੀ ਜਾਂਦੇ ਨੇ, ਜੰਮੀ ਜਾਂਦੇ ਨੇ, 84 ਦੇ ਗੇੜੇ 'ਚੋਂ ਨਿਕਲ ਨਹੀਂ ਸਕਦੇ। ਆਪਣੀ ਕਲਿਆਣ ਦਾ ਯਤਨ, ਮੁਕਤੀ ਦਾ ਸਾਧਨ ਕਲਯੁਗ ਵਿੱਚ ਹੋ ਸਕਦਾ ਗੁਰੂ ਚਰਨਾਂ ਨਾਲ ਜੁੜ ਕੇ, ਉਹ ਨਹੀਂ ਕਰ ਸਕਦੇ। ਤੋ ਇਸ ਕਰਕੇ ਸਾਹਿਬ ਜੀ ਨੇ ਸੰਧਿਆ ਦੇ ਪ੍ਰਥਾਏ ਇਹ ਬਚਨ ਦੱਸੇ ਹਨ। ਕੋਈ ਵੀ ਕੰਮ ਹੋਵੇ, ਪੂਜਾ ਪਾਠ ਹੋਵੇ ਮਨ ਦੇ ਨਾਲ, ਲੇਖੇ 'ਚ ਪਵੇਗਾ। ਇਤਨੇ ਬਚਨ ਪ੍ਰਵਾਨ ਕਰਨੇ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਕਬ ਸਾਇਆ। ਕਹਿ ਤਾਨ ਕੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸ ਅੰਗੀਕਾਰ ਉਹ ਕਰੇ ਤੇਰਾ ਕਾਰਜ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨ ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਘਰ ਤਾਂ ਤੇਰਾ, ਸਭ ਕੁਛ ਹੈ ਜਿਸ ਦੇ ਸਦਾ ਸਿਵ ਸਲਾਹ ਤੇਰੀ। ਨਾਮ ਜਿਨ ਕੇ ਮਨ ਵਸਿਆ, ਵਾਜੇ ਕਹਿ ਨਾਨਕ ਸੱਚੇ ਸਾਹਿਬ ਕੀ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਭੁੱਖਾਂ ਸਭ ਗਵਾਈਆਂ। ਕਰ ਇੱਛਾ ਸਭ ਪੁਜਾਈਆਂ, ਸਦਾ ਕੁਰਬ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਕਰਤਾਰੀ, ਪੰਜ ਦੂਤ ਤੁਧ ਵਸ ਕੀਤੇ ਕਾਲ। ਤੁਰ ਕਰਮ ਪਾਇਆ ਤੁਧ ਜਿਨ ਕੋ ਸਿਰ, ਕਹਿ ਨਾਨਕ ਤੈ ਸੁਖ ਹੋਆ ਤਿਤ ਕਾ। ਆਨੰਦ ਸੁਣੋ ਵਡ ਭਾਗਿਓ, ਸਗਲ ਮਨ ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਸੰਤ ਸਾਜਨ ਭਏ ਸਰਸੇ ਪੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਪਵਨ ਗੁਰੂ ਪਾਣੀ ਪਿਤਾ ਮਾਤਾ, ਦਿਵਸ ਰਾਤ ਦੁਇ ਦਾਈ ਦਾਇਆ। ਚੰਗਿਆਈਆਂ ਬੁਰਿਆਈਆਂ ਵਚ ਕਰਮੀ ਆਪੋ ਆਪਣੀ, ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ। ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਭੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾਂ। ਬਾਹਰ ਜਾਉ ਗੁਰ ਆਪਣੇ ਉਪਰ, ਜਿਨ ਹਰ ਹਰ ਨਾਮ ਦ੍ਰਿੜਾਇਆ। ਮਹਾ ਉਦਿਆਨ ਅੰਧਕਾਰ ਮਹਿ, ਜਿਨ ਸੀਧਾ ਮਾਰਗ ਦਿਖਾਇਆ। ਬਾਹਰ ਜਾਉ ਗੁਰ ਆਪਣੇ ਉਪਰ, ਜਿਨ ਹਰ ਹਰ ਨਾਮ ਦ੍ਰਿੜਾਇਆ। ਮਹਾ ਉਦਿਆਨ ਅੰਧਕਾਰ ਮਹਿ, ਜਿਨ ਸੀਧਾ ਮਾਰਗ ਦਿਖਾਇਆ। ਹਮਰੇ ਪ੍ਰਾਣ ਗੋਪਾਲ ਗੋਬਿੰਦ, ਈਹਾਂ ਊਹਾਂ ਸਰਬ ਥੋਕੀ। ਜਿਸੈ ਹਮਾਰੀ ਚਿੰਦ ਰਹਾਉ, ਜਾ ਕੈ ਸਿਮਰਨ ਸਰਬ ਨਿਧਾਨਾ। ਮਾਨ ਮਹਤ ਪਤ ਪੂਰੀ, ਨਾਮ ਲੈਤ ਕੋਟ ਅਗਨਾਸੇ। ਭਗਤ ਬਾਛੈ ਸਭ ਧੂਰੀ, ਸਰਬ ਮਨੋਰਥ ਜੇ ਕੋ ਚਾਹੈ। ਸੇਵੈ ਏਕ ਨਿਧਾਨਾ, ਪਾਰ ਬ੍ਰਹਮ ਅਪਰੰਪਰ ਸੁਆਮੀ। ਸਿਮਰਤ ਪਾਰ ਪਰਾਨਾ, ਸੀਤਲ ਸਾਂਤ ਮਹਾ ਸੁਖ ਪਾਇਆ। ਸੰਤ ਸੰਗ ਰਹਿਓ ਓਲਾ, ਹਰ ਧਨ ਸੰਚਨ ਹਰ ਨਾਮ ਭੋਜਨ। ਇਹੋ ਨਾਨਕ ਕੀਨੋ ਚੋਲਾ, ਸੀਤਲ ਸਾਂਤ ਮਹਾ ਸੁਖ ਪਾਇਆ। ਸੰਤ ਸੰਗ ਰਹਿਓ ਓਲਾ, ਹਰ ਧਨ ਸੰਚਨ ਹਰ ਨਾਮ ਭੋਜਨ। ਇਹੋ ਨਾਨਕ ਕੀਨੋ ਚੋਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਵਾਹਿ, ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਪਿਆਰਾ ਸਤਿਨਾਮ ਸਤਿਨਾਮ ਸਤਿਨਾਮ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।